ਹੈਲੋ ਸਟੂਡੈਂਟਸ, ਵੈਲਕਮ ਟੂ ਓਰੀਜਨ ਇੰਸਟੀਚਿਊਟ। ਅੱਜ ਆਪਣੇ ਨੈਕਸਟ ਟੌਪਿਕ ਦੀ ਗੱਲ ਕਰਨ ਜਾ ਰਹੇ ਹਾਂ, ਜੋ ਕਿ ਹੈਗਾ ਆਪਣਾ ਕਪੈਸਿਟੈਂਸ। ਸੋ ਕਪੈਸਿਟੈਂਸ ਸਟਾਰਟ ਕਰਨ ਤੋਂ ਪਹਿਲਾਂ ਕਪੈਸਿਟੈਂਸ ਹੁੰਦੀ ਕੀ ਚੀਜ਼ ਹੈ ਆਪਣੇ ਕੋਲ? ਕਪੈਸਿਟੈਂਸ ਕੀ ਹੁੰਦੀ ਹੈ? ਇੱਕ ਤਰ੍ਹਾਂ ਦਾ ਆਪਣੇ ਕੋਲ ਅਰੇਂਜਮੈਂਟ ਹੁੰਦਾ ਕਿਹਦਾ ਕੰਡਕਟਰਸ ਆ, ਜਿਹਦੇ ਥਰੂ ਆਪਾਂ ਚਾਰਜ ਨੂੰ ਕੀ ਕਰਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਸਟੋਰ ਕਰਦੇ ਹਾਂ ਛੋਟੀ ਜਿਹੀ ਜਗ੍ਹਾ ਦੇ ਵਿੱਚ। ਸੋ ਕਪੈਸਿਟੈਂਸ ਨੂੰ ਸਟੱਡੀ ਕਰਨ ਤੋਂ ਪਹਿਲਾਂ ਕੰਡਕਟਰ ਦੇ ਇਲੈਕਟ੍ਰੋਸਟੈਟਿਕਸ ਜਿਹੜੇ ਹੈਗੇ ਕੁਝ ਤੁਹਾਨੂੰ ਕਲੀਅਰ ਹੋਣੇ ਚਾਹੀਦੇ। ਸੋ ਇਹਦੇ ਵਿੱਚ ਆਪਣੇ ਕੋਲ ਆਪਾਂ ਗੱਲ ਕਰਾਂਗੇ, ਸਪੋਜ਼ ਤੁਹਾਡੇ ਕੋਲ ਕੀ ਹੈਗਾ, ਇੱਕ ਆਪਣੇ ਕੋਲ ਕੰਡਕਟਰ ਹੈ A B C D। ਉਹਨੂੰ ਆਪਣੇ ਕੋਲ ਆਪਾਂ ਦੋ ਕੰਡਕਟਿੰਗ ਪਲੇਟਸ ਦੇ ਵਿਚਕਾਰ ਕੀ ਹੈ ਪਲੇਸ ਕਰੇ। ਲੈਟ ਪਲੇਟ E ਜੋ ਹੈਗੀ ਉਹਦੇ ਉੱਪਰ ਆਪਣਾ ਪੋਜ਼ਿਟਿਵ ਪੋਟੈਂਸ਼ੀਅਲ ਹੈ, ਪੋਜ਼ਿਟਿਵ ਚਾਰਜ ਹੈ। ਪਲੇਟ ਜੋ F ਹੈਗੀ ਉਹਦੇ ਉੱਪਰ ਆਪਣੇ ਕੋਲ ਨੈਗੇਟਿਵ ਚਾਰਜ ਹੈ। ਹੁਣ ਦੇਖੋ, ਜੋ ਆਪਣਾ ਅਪਲਾਈਡ ਇਲੈਕਟ੍ਰਿਕ ਫੀਲਡ ਹੋਏਗਾ ਉਹਦੀ ਡਾਇਰੈਕਸ਼ਨ ਕਿੱਧਰੋਂ ਕਿੱਧਰ ਹੁੰਦੀ ਹੈ ਆਪਣੇ ਕੋਲ? ਪੋਜ਼ਿਟਿਵ ਟੂ ਨੈਗੇਟਿਵ। ਉਹਦੇ ਵਿਚਕਾਰ ਆਪਣੇ ਕੋਲ ਆਪਾਂ ਕੀ ਕਰਿਆ, ABCD ਪਲੇਟ ਨੂੰ ਕੀ ਕਰਤਾ ਵਾ ਪਲੇਸ ਕਰਤਾ। ਹੁਣ ਜਦੋਂ ਪਲੇਟ ਨੂੰ ਇਹਦੇ ਵਿੱਚ ਜਿਹੜਾ ਹੈਗਾ ਆਪਣੇ ਕੋਲ ਪਲੇਸ ਕਰੋਗੇ, ਪਹਿਲਾਂ ਪਲੇਟ ਕੀ ਸੀਗੀ ਆਪਣੇ ਕੋਲ? ਇਲੈਕਟ੍ਰੀਕਲ ਨਿਊਟਰਲ ਸੀਗੀ। ਇਲੈਕਟ੍ਰੀਕਲ ਨਿਊਟਰਲ ਹੋਣ ਦਾ ਰੀਜ਼ਨ ਕੀ ਹੈਗਾ ਆਪਣੇ ਕੋਲ? ਨੰਬਰ ਆਫ ਇਲੈਕਟ੍ਰੋਨ ਜੋ ਹੈਗੇ ਪਲੇਟ ਦੇ ਵਿੱਚ ਉਹ ਕਿਹਦੇ ਇਕੁਅਲ ਆਪਣੇ ਕੋਲ? ਨੰਬਰ ਆਫ ਪ੍ਰੋਟੋਨ ਦੇ ਇਕੁਅਲ। ਫਸਟ ਚੈਪਟਰ ਦੇ ਵਿੱਚ ਹੀ ਆਪਣੇ ਕੋਲ ਆਪਾਂ ਡਿਸਕਸ ਕਰਿਆ ਸੀਗਾ ਇਲੈਕਟ੍ਰੋਸਟੈਟਿਕਸ ਦੇ ਵਿੱਚ। ਜਿੰਨਾ ਟਾਈਮ ਆਪਣੇ ਕੋਲ ਨੰਬਰ ਆਫ ਇਲੈਕਟ੍ਰੋਨ ਨੰਬਰ ਆਫ ਪ੍ਰੋਟੋਨ ਕੀ ਹੋਣਗੇ ਆਪਣੇ ਕੋਲ ਇਕੁਅਲ ਹੋਣਗੇ, ਉਹਨਾਂ ਟਾਈਮ ਆਪਣੇ ਕੋਲ ਪਲੇਟ ਕੀ ਰਹੂਗੀ? ਇਲੈਕਟ੍ਰੀਕਲੀ ਨਿਊਟਰਲ ਰਹੂਗੀ। ਹੁਣ ਹੁੰਦਾ ਕੀ ਹੈ, ਜਦੋਂ ਆਪਣੇ ਕੋਲ ਇਹਨੂੰ ਆਪਾਂ ਕੀ ਕਰਦੇ ਹਾਂ, ਇਹਨਾਂ ਦੋ ਪਲੇਟਸ ਦੇ ਵਿਚਕਾਰ ਪਲੇਸ ਕਰ ਦਿੰਦੇ ਹਾਂ, ਦੈਨ ਇਹਦੇ ਵਿੱਚ ਹੁੰਦਾ ਕੀ ਆਪਣੇ ਕੋਲ ਚਾਰਜ ਪਾਰਟੀਕਲਸ ਆ, ਆਪਣਾ ਨੈਗੇਟਿਵ ਚਾਰਜ ਜਿਹੜਾ ਹੈਗਾ ਐਂਡ ਪੋਜ਼ਿਟਿਵ ਚਾਰਜ। ਨੈਗੇਟਿਵ ਚਾਰਜ ਡਿਊ ਟੂ ਇਲੈਕਟ੍ਰੋਨਸ ਐਂਡ ਪੋਜ਼ਿਟਿਵ ਚਾਰਜ ਡਿਊ ਟੂ ਪ੍ਰੋਟੋਨ। ਉਹ ਕੀ ਹੁੰਦਾ ਆਪਣੇ ਕੋਲ? ਡਿਸਪਲੇਸ ਕਰ ਜਾਂਦਾ ਸਰਫੇਸ ਦੇ ਉੱਪਰ। ਹੁਣ इधर अपने कोल किसी की पॉजिटिव पोटेंशियल, सो इतने अपने को नेगेटिव चार्ज की है डिसप्लेस हो गया। इधर अपने को नेगेटिव पोटेंशियल सी, उधर अपने को पॉजिटिव चार्ज की हो गया डिसप्लेस हो गया। सो अंदर अपने को जो प्लेट हैगी ਉਹਦੇ ਕੀ ਹੋ ਗਿਆ, ਚਾਰਜ ਜਿਹੜਾ ਹੈਗਾ ਆਪਣੇ ਕੋਲ ਕਿਹਦੇ ਇਕੁਅਲ ਹੋ ਜਾਊਗਾ? ਜ਼ੀਰੋ ਦੇ ਇਕੁਅਲ ਹੋ ਜਾਊਗਾ। ਸੋ ਇਹ ਚੀਜ਼ ਆਪਣੇ ਕੋਲ ਇਨਸਾਈਡ ਏ ਕੰਡਕਟਰ ਇਲੈਕਟ੍ਰਿਕ ਫੀਲਡ ਇਜ਼ ਜ਼ੀਰੋ। ਇਲੈਕਟ੍ਰਿਕ ਫੀਲਡ ਜ਼ੀਰੋ ਹੋਣ ਦਾ ਰੀਜ਼ਨ ਕੀ ਹੈਗਾ ਆਪਣੇ ਕੋਲ? A D ਐਂਡ B C ਜੋ ਆਪਣੇ ਕੋਲ ਸਰਫੇਸਿਸ ਹੈਗੇ ਇਹਨਾਂ ਦੇ ਉੱਪਰ ਕੀ ਹੋ ਗਿਆ ਆਪਣੇ ਕੋਲ? ਇੰਡਿਊਸਡ ਚਾਰਜ ਕੀ ਹੋ ਗਿਆ ਆਪਣੇ ਕੋਲ? ਪ੍ਰੋਡਿਊਸ ਹੋ ਗਿਆ, ਕਿਉਂਕਿ ਆਪਣੇ ਕੋਲ ਕੀ ਹੈ ਜੋ ਇਹਦੇ ਅੰਦਰ ਚਾਰਜ ਸੀਗਾ ਉਹ ਓਪੋਜ਼ਿਟ ਇਲੈਕਟ੍ਰੋਡਸ ਦੇ ਉੱਪਰ ਕੀ ਕਰ ਗਿਆ ਆਪਣੇ ਕੋਲ? ਮੂਵ ਕਰ ਗਿਆ। ਇਸੇ ਇਫੈਕਟ ਨੂੰ ਆਪਾਂ ਕੀ ਬੋਲਦੇ ਨੇ? ਇਲੈਕਟ੍ਰੋਸਟੈਟਿਕ ਸ਼ੀਲਡਿੰਗ ਬੋਲਦੇ ਨੇ। ਇਲੈਕਟ੍ਰੋਸਟੈਟਿਕ ਸ਼ੀਲਡਿੰਗ ਕੀ ਚੀਜ਼ ਹੁੰਦੀ ਹੈ ਆਪਣੇ ਕੋਲ? ਇਟ ਇਜ਼ ਦੀ phenomenon of protecting certain region from external electric field। ਸੋ ਇਹ ਕੀ ਹੁੰਦੀ ਹੈ ਆਪਣੇ ਕੋਲ? ਇਲੈਕਟ੍ਰੋਸਟੈਟਿਕ ਸ਼ੀਲਡਿੰਗ ਹੁੰਦੀ ਹੈ। ਕਿਆ ਕੀ ਹੈ ਆਪਣੇ ਕੋਲ? ਇਹ ਕੀ ਆਪਣੇ ਕੋਲ ਉਹ ਵਾਲਾ ਫਿਨੋਮੀਨਾ ਹੁੰਦਾ ਜਿਹਦੇ ਨਾਲ ਆਪਣੇ ਕੋਲ ਕਿਸੇ ਸਰਟਨ ਰੀਜਨ ਨੂੰ, ਸਪੋਜ਼ ਇੱਥੇ ਆਪਣੇ ਕੋਲ ਕੀ ਹੈਗਾ ABCD ਨੂੰ ਆਪਣੇ ਕੋਲ ਆਪਾਂ ਕੀ ਕਰ ਰਹੇ ਹਾਂ, ਐਕਸਟਰਨਲ ਇਲੈਕਟ੍ਰਿਕ ਫੀਲਡ ਤੋਂ ਕੀ ਕਰਦੇ ਹਾਂ? ਪ੍ਰੋਟੈਕਟ ਕਰਦੇ ਹਾਂ। ਐਕਸਟਰਨਲ ਇਲੈਕਟ੍ਰਿਕ ਫੀਲਡ ਤੋਂ ਪ੍ਰੋਟੈਕਟ ਕਰਨ ਵਾਸਤੇ ਆਪਣੇ ਕੋਲ ਹੁੰਦਾ ਕੀ ਹੈ? ਹੁਣ ਦੇਖੋ, ਉਹਨੂੰ ਮੈਂ ਕੀ ਹੈ ਕਿਸੇ ਅਨਦਰ ਜਿਹੜਾ ਹੈਗਾ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਕਰ ਦੇਣਾ? ਪਲੇਸ ਕਰ ਦੇਣਾ। ਦੈਨ ਆ ਜੋ ਆਪਣੇ ਕੋਲ ਅੰਦਰ ਵਾਲੀ ਸਪੇਸ ਹੈਗੀ ਹੈ ਆਪਣੇ ਕੋਲ ਕੀ ਹੈ ਬਚ ਜਾਊਗੀ। ਇੱਥੇ ਕੋਈ ਸਪੋਜ਼ ਆਪਣੇ ਕੋਲ ਕੋਈ ਵੀ ਚੀਜ਼ ਰੱਖੂਗੀ ਉਹਦੇ ਉੱਪਰ ਆਪਣੇ ਕੋਲ ਇਲੈਕਟ੍ਰਿਕ ਫੀਲਡ ਹਮੇਸ਼ਾ ਕੀ ਰਹੂਗਾ? ਜ਼ੀਰੋ ਰਹੂਗਾ। ਸੋ ਆਹ ਵਾਲੀ ਜਿਹੜੀ ਅੰਦਰ ਵਾਲੀ ਸਪੇਸ ਹੈਗੀ ਹੈ ਇਹਨੂੰ ਆਪਣੇ ਕੋਲ ਆਪਾਂ ਕੀ ਕਰਤਾ? ਬਾਹਰਲੇ ਇਲੈਕਟ੍ਰਿਕ ਫੀਲਡ ਤੋਂ ਕੀ ਕਰ ਲਿਆ? ਪ੍ਰੋਟੈਕਟ ਕਰ ਲਿਆ। ਸੋ ਇਹ ਜੋ ਫਿਨੋਮੀਨਾ ਹੈਗਾ ਆਪਣੇ ਕੋਲ ਸਰਟੇਨ ਰੀਜਨ ਨੂੰ ਬਾਹਰਲੇ ਜੋ ਇਲੈਕਟ੍ਰਿਕ ਫੀਲਡ ਤੋਂ ਬਚਾਉਣ ਵਾਸਤੇ ਜੋ ਆਪਣੇ ਕੋਲ ਯੂਜ਼ ਕਰਦੇ ਆ ਉਹਨੂੰ ਆਪਣੇ ਕੋਲ ਕੀ ਬੋਲਦੇ ਨੇ ਆਪਾਂ? ਇਲੈਕਟ੍ਰੋਸਟੈਟਿਕ ਸ਼ੀਲਡਿੰਗ ਬੋਲਦੇ ਨੇ। ਸੋ ਨੈਕਸਟ ਆਪਣੇ ਕੋਲ ਕੀ ਆ ਜਾਂਦਾ? ਇਲੈਕਟ੍ਰਿਕ ਫੀਲਡ ਜਸਟ ਆਊਟਸਾਈਡ ਜਿਹੜਾ ਹੈਗਾ ਆਪਣੇ ਕੋਲ ਕੰਡਕਟਿੰਗ ਬੋਡੀ ਹਮੇਸ਼ਾ ਕੀ ਹੁੰਦਾ? ਪਰਪੈਂਡੀਕੂਲਰ ਹੁੰਦਾ ਐਟ ਐਵਰੀ ਪੁਆਇੰਟ। ਇਹ ਚੀਜ਼ ਤੇ ਆਲਰੇਡੀ ਪੜ੍ਹ ਰੱਖੀ ਹੈ। ਜਦੋਂ ਵੀ ਆਪਣੇ ਕੋਲ ਆਪਾਂ ਸਰਫੇਸ ਦੇ ਉੱਪਰ ਜਿਹੜੀ ਗੱਲ ਕਰਦੇ ਹਾਂ ਕਿਸੇ ਕੰਡਕਟਰ ਦੇ ਇਲੈਕਟ੍ਰਿਕ ਫੀਲਡ ਹਮੇਸ਼ਾ ਕਿੱਧਰ ਡਰੋ ਕਰਦੇ? ਆਪਣੇ ਕੋਲ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਕੀ ਕਰਦੇ? ਡਰੋ ਕਰਦੇ। ਅਗਰ ਪੋਜ਼ੀਟਿਵ ਹੋਊਗਾ ਦੈਨ ਆਊਟਵਰਡ ਜਿਹੜਾ ਹੈਗਾ ਜਾਂਦਾ। ਅਗਰ ਆਪਣੇ ਕੋਲ ਕੀ ਹੈ ਨੈਗੇਟਿਵ ਹੈਗਾ ਦੈਨ ਆਪਣੇ ਕੋਲ ਕੀ ਹੈ? ਇਨਵਰਡ ਜਿਹੜਾ ਹੈਗਾ ਜਾਊਗਾ ਇਲੈਕਟ੍ਰਿਕ ਫੀਲਡ ਜਿਹੜਾ ਹੈਗਾ, ਬਟ ਹਮੇਸ਼ਾ ਆਪਣੇ ਕੋਲ ਕੀ ਰਹੂਗਾ? ਪਰਪੈਂਡੀਕੂਲਰ ਰਹੂਗਾ। ਥਰਡ ਪੁਆਇੰਟ ਕੀ ਹੈਗਾ ਆਪਣਾ? ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਹਮੇਸ਼ਾ ਆਪਣੇ ਕੋਲ ਥਰੂ ਆਊਟ ਵੋਲੀਅਮ ਆਫ ਕੰਡਕਟਰ ਕੀ ਰਹਿੰਦੀ ਹੈ? ਆਪਣੇ ਕੋਲ ਕਾਂਸਟੈਂਟ ਰਹਿੰਦੀ ਹੈ। ਹੁਣ ਅਗਰ ਆਪਣੇ ਕੋਲ ਪੋਟੈਂਸ਼ੀਅਲ ਜਿਹੜੀ ਹੈਗੀ ਥਰੂ ਆਊਟ ਕੀ ਰਹਿ ਰਹੀ ਹੈ? ਕਾਂਸਟੈਂਟ ਰਹਿ ਰਹੀ ਹੈ। ਇਹਦਾ ਮਤਲਬ ਆਪਣੇ ਕੋਲ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ ਆਪਾਂ? ਇਕੀ ਪੋਟੈਂਸ਼ੀਅਲ ਸਰਫੇਸ ਦੀ। ਹੁਣ ਪੋਟੈਂਸ਼ੀਅਲ ਸੇਮ ਰਹਿਣ ਦਾ ਰੀਜ਼ਨ ਵੀ ਕੀ ਹੈਗਾ? ਪੋਟੈਂਸ਼ੀਅਲ ਕਾਂਸਟੈਂਟ ਰਹਿਣ ਦਾ ਰੀਜ਼ਨ ਵੀ ਕੀ ਹੈਗਾ ਆਪਣੇ ਕੋਲ? ਬਿਕੋਜ਼ ਇਲੈਕਟ੍ਰਿਕ ਫੀਲਡ ਆਪਣੇ ਕੋਲ ਕੀ ਹੈਗਾ? ਜ਼ੀਰੋ ਇਨਸਾਈਡ
कंडक्टर अगर अपने कोल कंडक्टर के अंदर इलैक्ट्रिक फील्ड की है जीरो है, दिस इंप्लाइज वर्क डन टू मूव टेस्ट चार्ज इनसाइड कंडक्टर विल बी जीरो। अगर अपने को इलैक्ट्रिक फील्ड अंदर की है जीरो है, देन अपने को की अगर मैं टेस्ट चार्ज नो एक जगह दूसरी जगह मूव करवाना चाहवा इसे कंडक्टर के अंदर, देन हमेशा अपने को वर्क डन की रहेगा जीरो रहेगा। सो इदा के सरफेस में जिद अपने को पोटेंशियल थ्रू आउट की रही है सेम रही है, उन्होंने की बोलते हैं आप इक्विपोटेंशियल सरफेस बोलते हैं। सो इलैक्ट्रोस्टैटिक पोटेंशियल जो होंगी है अपने को कंडक्टर के उपर वो थ्रू आउट अपने को रही है कॉन्सटेंट रही है। हम नैक्सट अपने को इलैक्ट्रिक फील्ड एट सरफेस इज कितना होंगे अपने को सरफेस के उपर इलैक्ट्रिक फील्ड सिग्मा अपॉन की अपने को एप्सिलॉन। सिग्मा की है अपना सरफेस चार्ज डेंसिटी, जैनों की बोलते हैं आप सरफेस चार्ज डिस्ट्रीब्यूशन बोलते हैं। क्लीयर होगी जी। हम देखो ये की अपने को जो इलैक्ट्रिक फ्लक्स होंगे जो अपने कोल की है ABCD की करूँगा एग्जिस्ट करूँगा, वो अपने को दो चीज़ा हो सकती या तो पॉजिटिव हो सकता जो अपने कोल की है नैगेटिव हो सकता। अगर तो जो अपने को सिग्मा की वैल्यू है कि वो अपने को ग्रेटर दैन जीरो है, दैन तो हमेशा अपने को जो फ्लक्स होगा वो की रहेगा पॉजिटिव रहेगा। अगर अपने को सिग्मा की वैल्यू की है कि लैस दैन जीरो, दैन अपने को फ्लक्स की रहा होंगे हमेशा नैगेटिव रहा होंगे। सो नैक्सट अपने को आप गल करते हैं इलैक्ट्रिकल कैपेसिटेंस की चीज़ होंगी। इलैक्ट्रिकल कैपेसिटेंस इसका नाम तो पता चली जाता अपने को कैपेसिटेंस की चीज़ हैगी अबिलिटी ऑफ अ कंडक्टर टू स्टोर चार्ज। कोई कंडक्टर अपने को कितना चार्ज स्टोर करके रख सकता वो की हैगी अपने को इलैक्ट्रिकल कैपेसिटेंस आ जाती। हम कैपेसिटी होंगी की चीज़ एक्चुअल दे विच कैपेसिटी की होंगी अपने को एक्चुअल दे विच रेशियो होंगी है कि चार्ज गिवन टू राइज दी पोटेंशियल। मान लो अपने को दो की है इलैक्ट्रोड्स है उन्होंने कितना अपने को आप चार्ज जोड़ा दे रहे हैं सो दैट वो पोटेंशियल की हो अपने को इनक्रीज हो उस चीज़ को अपने को कैपेसिटी बोल देंगे। हम हरेक चीज़ जी है अपने को कोई ना कोई कैपेसिटी होंगी है। फॉर एग्जाम्पल तो कोई कंडक्टर है उन्होंने चार्ज देना की करे स्टार्ट करे, दैन सर्टेन अपने को टाइम आऊगा जो अपने को होर चार्ज जो दोगे दैन वो हमेशा की करूँगा अपने को लीक करूँगा, होर चार्ज जोड़ा तुम नहीं दे सकते। इसका मतलब कि अपने को जो कंडक्टर है वो अपनी मैक्सीमम पोटेंशियल के उपर पहुँच गया, इस तरह चार्ज जोड़ा है वो नहीं लै पा रहे। क्लीयर हो गया। सो जोड़ा चार्ज अपने को दे रहे कंडक्टर को टू राइज इट्स पोटेंशियल वो की है अपने को कैपेसिटी है। हम इलैक्ट्रिकल कैपेसिटी की है अपने को मान लो अपने को आप की करनी है पोटेंशियल एक यूनिट ना राइज करना, मतलब 1 वोल्ट पोटेंशियल जी है अपने को इनक्रीज करनी। सो 1 वोल्ट पोटेंशियल इनक्रीज करने वास्ते जो अपने को आप चार्ज जोड़ा देने वो की आती है अपने को इलैक्ट्रिकल कैपेसिटी आती। सो जो कैपेसिटी होंगी है अपने को किसी भी जोड़ा है कंडक्टर की वो अपने को की होंगी है रेशियो होंगी है कि चार्ज टू पोटेंशियल की। नाउ ये SI यूनिट्स की अपने को गल करिए कैपेसिटी की SI यूनिट्स की होंगे अपने को फैरड होंगे। क्लीयर हो गया। हम चार्ज के की अपने को कूलम एंड पोटेंशियल के होंगे अपने को वोल्ट। सो 1 फैरड अपने को कि आ जाता कूलम पर वोल्ट एक आ जाता। हम समटाइम की होंगे अपने को डिफाइन SI यूनिट्स भी आ जाता। सो SI यूनिट्स को डिफाइन करोगे दैन की अपने को SI यूनिट्स को कितना डिफाइन कर दें, देखो 1 फैरड will be equal to 1 coulomb of charge when potential is rise by 1 volt। सो समटाइम आपको की कहते हैं SI यूनिट जी है डिफाइन करो। सो 1 फैरड जोड़ा है अपने को कि खलोगा 1 कूलम ऑफ चार्ज दे खलोगा जो अपने को की है पोटेंशियल जो अपने कैपेसिटर की हैगी है या पोटेंशियल जो अपने को की है कंडक्टर की हैगी वो 1 वोल्ट के नाल की कर जाती है इनक्रीज कर जाती। सो ये डेफिनेशन आती है अपने को SI यूनिट की। हम समटाइम अपने को की करते हैं नूमेरिकल्स वगैरह के स्मॉल वैल्यूज़ की करते यूज़ करते तो SI यूनिट उन्होंने की करना होंगे कन्वर्ट करना होंगे। सो स्मॉल वैल्यूज़ भी अपने को डिस्कस करते हैं। सो पहली स्मॉल वैल्यू जो होंगी है वो की अपने को 1 माइक्रो फैरड आ जाता। 1 माइक्रो फैरड कि इक्वल होंगे अपने को 10⁻⁻⁶ फैरड्स के इक्वल होंगे।
ਨੈਕਸਟ ਆਪਣੇ ਕੋਲ ਕੀ ਹੁੰਦੀ ਹੈ, ਨੈਨੋ ਫੈਰਡ ਆ ਜਾਂਦੀ ਹੈ। 1 ਨੈਨੋ ਫੈਰਡ ਆਪਣੇ ਕੋਲ ਕੀ ਦੇ ਇਕੁਅਲ ਹੁੰਦਾ, 10⁻⁻9 ਫੈਰਡ ਦੇ ਇਕੁਅਲ ਹੁੰਦਾ। ਇੱਕ ਅਨਦਰ ਆਪਣੇ ਕੋਲ ਕੀ ਐਗਜ਼ਿਸਟ ਕਰਦੀ ਹੈ ਸਮਾਲ ਯੂਨਿਟ, ਉਹ ਕੀ ਹੁੰਦੀ ਹੈ ਆਪਣੇ ਕੋਲ 1 ਮਾਈਕਰੋ ਫੈਰਡ। ਮਾਈਕਰੋ ਫੈਰਡ ਨੂੰ ਆਪਣੇ ਕੋਲ ਕੀ ਆਪਾਂ ਪੀਕੋ ਫੈਰਡ ਵੀ ਬੋਲ ਦਿੰਦੇ ਹਾਂ। ਇਹ ਕਿਹਦੇ ਇਕੁਅਲ ਹੁੰਦਾ ਆਪਣੇ ਕੋਲ, ਜਿੱਦਾਂ ਪਤਾ ਹੀ ਹੈ ਆਪਾਂ ਨੂੰ 1 ਮਾਈਕਰੋ ਫੈਰਡ ਕਿਹਦੇ ਇਕੁਅਲ ਸੀਗਾ, 10⁻⁻6 ਫੈਰਡ ਸੀ। ਸੋ ਮਾਈਕਰੋ ਫੈਰਡ ਕਿਹਦੇ ਇਕੁਅਲ ਹੋਏਗਾ, 10⁻12 ਫੈਰਡ ਦੇ ਇਕੁਅਲ ਹੁੰਦਾ। ਹੁਣ ਇੱਕ ਚੀਜ਼ ਜਿਹੜੀ ਕਿ ਆਪਣੇ ਕੋਲ ਇਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਕਿ ਧਿਆਨ ਦੇ ਵਿੱਚ ਰੱਖਣ ਵਾਲੀ ਹੈਗੀ ਹੈ, ਕਈ ਵਾਰੀ ਕੀ ਹੈ MCQ ਕੁਐਸਚਨਸ ਵਗੈਰਾ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਪੁੱਛ ਲੈਂਦੇ ਕਿ ਜੋ ਇਲੈਕਟ੍ਰੀਕਲ ਕਪੈਸਿਟੈਂਸ ਹੈਗੀ ਹੈ ਕਿਹੜੀ ਚੀਜ਼ ਦੇ ਉੱਪਰ ਡਿਪੈਂਡ ਕਰਦੀ ਹੈ ਐਂਡ ਕਿਹੜੀ ਚੀਜ਼ ਦੇ ਉੱਪਰ ਡਿਪੈਂਡ ਨਹੀਂ ਕਰਦੀ। ਸੋ ਦੋਨੋਂ ਚੀਜ਼ਾਂ ਲਿਖਦੇ ਹਾਂ ਆਪਾਂ, ਡਿਪੈਂਡਸ ਅਪੋਨ ਐਂਡ ਡਜ਼ਨਟ ਡਿਪੈਂਡਸ ਅਪੋਨ। ਸੋ ਪਹਿਲੀ ਚੀਜ਼ ਜਿਹਦੇ ਉੱਪਰ ਆਪਣੇ ਕੋਲ ਕੀ ਆਪਣੀ ਇਲੈਕਟ੍ਰੀਕਲ ਕਪੈਸਿਟੈਂਸ ਜਿਹੜੀ ਹੈਗੀ ਆ ਉਹ ਡਿਪੈਂਡ ਕਰਦੀ ਹੈ, ਉਹ ਕੀ ਆਉਂਦੀ ਹੈ ਆਪਣੇ ਕੋਲ, ਸ਼ੇਪ ਐਂਡ ਸਾਈਜ਼। ਸੋ ਜੋ ਆਪਣੇ ਕੋਲ ਇਲੈਕਟ੍ਰੀਕਲ ਕਪੈਸਿਟੀ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਉਹ ਆਪਣੇ ਕੋਲ ਕੀ ਹੈ, ਕਿਸੇ ਵੀ ਕੰਡਕਟਰ ਦੀ, ਉਹ ਆਪਣੇ ਕੋਲ ਕਿਹਦੇ ਉੱਪਰ ਡਿਪੈਂਡ ਕਰਦੀ ਹੈ, ਸ਼ੇਪ ਐਂਡ ਸਾਈਜ਼ ਦੇ ਉੱਪਰ ਕੀ ਕਰਦੀ ਹੈ, ਡਿਪੈਂਡ ਕਰਦੀ ਹੈ। ਬਟ ਇਟ ਡਜ਼ ਨਾਟ ਡਿਪੈਂਡਸ ਅਪੋਨ ਚਾਰਜ ਐਂਡ ਪੋਟੈਂਸ਼ੀਅਲ। ਬਟ ਚਾਰਜ ਐਂਡ ਪੋਟੈਂਸ਼ੀਅਲ ਦੇ ਉੱਪਰ ਕਦੇ ਵੀ ਆਪਣੇ ਕੋਲ ਆਪਣੀ ਕਪੈਸਿਟੀ ਜਿਹੜੀ ਹੈਗੀ ਉਹ ਡਿਪੈਂਡ ਨਹੀਂ ਕਰਦੀ। ਦੂਸਰੀ ਚੀਜ਼ ਆਪਣੇ ਕੋਲ ਜਿਹਦੇ ਉੱਪਰ ਡਿਪੈਂਡ ਕਰਦੀ ਹੈ ਉਹ ਕੀ ਹੁੰਦਾ ਆਪਣੇ ਕੋਲ, ਨੇਚਰ ਆਫ ਮੀਡੀਅਮ, ਜਿਹਦੇ ਵਿੱਚ ਆਪਣੇ ਕੋਲ ਕੀ ਹੈ ਆਪਾਂ ਸਿਸਟਮ ਨੂੰ ਕੰਸੀਡਰ ਕਰ ਰਹੇ ਹਾਂ। ਸੋ ਨੇਚਰ ਆਫ ਮੀਡੀਅਮ ਦੇ ਉੱਪਰ ਆਪਣੇ ਕੋਲ ਡਿਪੈਂਡ ਕਰਦੀ ਹੈ, ਬਟ ਨੇਚਰ ਆਫ ਮਟੀਰੀਅਲ ਦੇ ਉੱਪਰ ਜੋ ਕਪੈਸਿਟੀ ਹੈਗੀ ਹੈ ਕਦੇ ਵੀ ਡਿਪੈਂਡ ਨਹੀਂ ਕਰਦੀ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸੋ ਇਹਨੂੰ ਧਿਆਨ ਦੇ ਵਿੱਚ ਰੱਖਣਾ। ਸੋ ਜੋ ਵੀ ਆਪਣੇ ਕੋਲ ਇਲੈਕਟ੍ਰੀਕਲ ਕਪੈਸਿਟੀ ਹੁੰਦੀ ਹੈ ਉਹ ਆਪਣੇ ਕੋਲ ਕੀ ਹੈ ਕਦੇ ਵੀ ਚਾਰਜ ਐਂਡ ਪੋਟੈਂਸ਼ੀਅਲ ਦੇ ਉੱਪਰ ਡਿਪੈਂਡ ਨਹੀਂ ਕਰਦੀ, ਬਟ ਸ਼ੇਪ ਐਂਡ ਸਾਈਜ਼ ਦੇ ਉੱਪਰ ਡਿਪੈਂਡ ਕਰਦੀ ਹੈ। ਕਦੇ ਵੀ ਨੇਚਰ ਆਫ ਮਟੀਰੀਅਲ ਦੇ ਉੱਪਰ ਡਿਪੈਂਡ ਨਹੀਂ ਕਰਦੀ, ਬਟ ਆਪਣੇ ਕੋਲ ਨੇਚਰ ਆਫ ਮੀਡੀਅਮ ਦੇ ਉੱਪਰ ਜ਼ਰੂਰ ਡਿਪੈਂਡ ਕਰਦੀ ਹੈ। ਸੋ ਨੈਕਸਟ ਟੌਪਿਕ ਆ ਜਾਂਦਾ ਆਪਣਾ ਕਪੈਸਿਟਰ। ਹੁਣ ਕਪੈਸਿਟਰ ਕੀ ਚੀਜ਼ ਹੁੰਦੀ ਹੈ ਐਕਚੁਅਲ ਦੇ ਵਿੱਚ, ਕਪੈਸਿਟਰ ਕੁਛ ਨਹੀਂ ਹੁੰਦਾ ਬਟ ਆਪਣੇ ਕੋਲ ਕੀ ਹੈ ਕੰਡਕਟਰਸ ਦਾ ਇੱਕ ਅਰੇਂਜਮੈਂਟ ਹੁੰਦਾ ਜਿਹਦੇ ਥਰੂ ਆਪਣੇ ਕੋਲ ਆਪਾਂ ਜ਼ਿਆਦਾ ਤੋਂ ਜ਼ਿਆਦਾ ਚਾਰਜ ਨੂੰ ਛੋਟੀ ਜਿਹੀ ਜਗ੍ਹਾ ਦੇ ਵਿੱਚ ਕੀ ਕਰਦੇ ਹਾਂ, ਸਟੋਰ ਕਰਦੇ। ਇਹਦੇ ਵਿੱਚ ਮੇਨਲੀ ਹੁੰਦਾ ਕਿ ਆਪਣੇ ਕੋਲ ਦੋ ਕੰਡਕਟਿੰਗ ਪਲੇਟਸ ਹੁੰਦੀਆਂ ਜਿਹਨਾਂ ਨੂੰ ਆਪਣੇ ਕੋਲ ਕੀ ਹੈ ਸਰਟਨ ਡਿਸਟੈਂਸ ਦੇ ਉੱਪਰ ਪਲੇਸ ਕਰਿਆ ਹੁੰਦਾ, ਵਿਚਕਾਰ ਆਪਣੇ ਕੋਲ ਫਿਲਿੰਗ ਕਰੀ ਹੁੰਦੀ ਹੈ, ਸੈਪਰੇਟ ਕਰਿਆ ਹੁੰਦਾ ਇਨਸੂਲੇਟਿੰਗ ਮਟੀਰੀਅਲਸ ਨਾਲ। ਕਲੀਅਰ ਹੋ ਗਿਆ। ਉਹ ਇਨਸੂਲੇਟਿੰਗ ਮਟੀਰੀਅਲਸ ਆਪਣੇ ਕੋਲ ਕੋਈ ਵੀ ਹੋ ਸਕਦਾ, ਕੋਈ ਕੰਡਕਟਿੰਗ ਪਲੇਟ ਹੋ ਸਕਦੀ ਹੈ, ਕੋਈ ਡਾਇਲੈਕਟ੍ਰਿਕ ਸਲੈਬ ਹੋ ਸਕਦੀ ਹੈ, ਵੈਕਿਊਮ ਹੋ ਸਕਦਾ, ਤੁਸੀਂ ਪੜ੍ਹੋਗੇ ਅੱਗੇ ਜਾ ਕੇ, ਠੀਕ ਹੈ, ਸਾਰੀਆਂ ਦੀਆਂ ਸਾਰੀਆਂ ਚੀਜ਼ਾਂ। ਸੋ ਯੂਜ਼ਲੀ ਹੁੰਦਾ ਕਿ ਆਪਣੇ ਕੋਲ ਦੋ ਪਲੇਟਸ ਹੁੰਦੀਆਂ ਕੰਡਕਟਿੰਗ ਪਲੇਟਸ, ਦੋਨਾਂ ਨੂੰ ਆਪਣੇ ਕੋਲ ਸਰਟਨ ਡਿਸਟੈਂਸ ਦੇ ਉੱਪਰ ਪਲੇਸ ਕਰਿਆ ਹੁੰਦਾ, ਵਿਚਕਾਰ ਉਹਨਾਂ ਦੇ ਕੀ ਹੁੰਦਾ ਆਪਣੇ ਕੋਲ ਇਨਸੂਲੇਟਿੰਗ ਮਟੀਰੀਅਲ ਹੁੰਦਾ। ਇੱਦਾਂ ਦੇ ਅਰੇਂਜਮੈਂਟ ਨੂੰ ਆਪਣੇ ਕੋਲ ਆਪਾਂ ਲਾਰਜ ਜਿਹੜਾ ਹੈਗਾ ਅਮਾਊਂਟ ਆਫ ਚਾਰਜ ਨੂੰ ਸਟੋਰ ਕਰਨ ਵਾਸਤੇ ਕੀ ਹੈ ਬਣਾਉਂਦੇ, ਠੀਕ ਹੈ। ਸੋ ਇੱਦਾਂ ਦੇ ਆਪਣੇ ਕੋਲ ਸਿਸਟਮ ਨੂੰ ਆਪਾਂ ਕੀ ਬੋਲਦੇ ਨੇ, ਕਪੈਸਿਟਰ ਬੋਲਦੇ ਨੇ। ਹੁਣ ਇਹ ਕਪੈਸਿਟਰ ਜਿਹੜਾ ਹੈਗਾ ਵਰਕ ਕਿੱਦਾਂ ਕਰਦਾ, ਹੁਣ ਉਸ ਚੀਜ਼ ਦੀ ਆਪਾਂ ਗੱਲ ਕਰਦੇ ਹਾਂ। ਸੋ ਨੈਕਸਟ ਆਪਣੇ ਕੋਲ ਟੌਪਿਕ ਆ ਜਾਂਦਾ ਪ੍ਰਿੰਸੀਪਲ ਆਫ ਕਪੈਸਿਟਰ। ਹੁਣ ਕਪੈਸਿਟਰ ਜਿਹੜਾ ਹੈਗਾ ਆਪਣਾ ਵਰਕ ਕਿੱਦਾਂ ਕਰਦਾ ਉਸ ਚੀਜ਼ ਦੀ ਆਪਾਂ ਗੱਲ ਕਰਨ ਲੱਗੇ। ਸਪੋਜ਼ ਤੁਹਾਡੇ ਕੋਲ ਕੀ ਹੈਗੀ ਕੋਈ ਇੱਕ ਕਿਹੜੀ ਹੈਗੀ ਕੰਡਕਟਿੰਗ ਪਲੇਟ ਹੈ, ਕਿਹੜੀ ਪਲੇਟ ਹੈਗੀ ਆਪਣੇ ਕੋਲ, A ਪਲੇਟ। ਇਹਨੂੰ ਆਪਣੇ ਕੋਲ ਆਪਾਂ ਕੀ ਕਰਿਆ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਦੇਣਾ ਸ਼ੁਰੂ ਕਰਿਆ ਟਿਲ ਇਟਸ ਮੈਕਸਿਮਮ ਪੋਟੈਂਸ਼ੀਅਲ। ਇਹਨੂੰ ਆਪਣੇ ਕੋਲ ਕੀ ਆਪਾਂ ਪੋਜ਼ਿਟਿਵ ਚਾਰਜ ਦੇ ਰਹੇ ਹਾਂ, ਕਦੋਂ ਤੱਕ ਦੇ ਰਹੇ ਹਾਂ, ਜਦੋਂ ਤੱਕ ਕਿ ਆਪਣੀ ਮੈਕਸਿਮਮ ਪੋਟੈਂਸ਼ੀਅਲ ਤੱਕ ਨਹੀਂ ਪਹੁੰਚ ਜਾਂਦੀ। ਸੋ ਦੈਟ ਇਹਨੂੰ ਹੋਰ ਜ਼ਿਆਦਾ ਚਾਰਜ ਦਈਏ ਤਾਂ ਆਪਣੇ ਕੋਲ ਕੀ ਉਹ ਚਾਰਜ ਕੀ ਕਰੂਗਾ, ਹਮੇਸ਼ਾ ਲੀਕ ਕਰੂਗਾ, ਇਸ ਤੋਂ ਜ਼ਿਆਦਾ ਚਾਰਜ ਸੰਭਾਲ ਨਹੀਂ ਸਕਦੀ। ਨਾਓ ਹੁਣ ਹੋਇਆ ਕਿ ਜਦੋਂ ਆਪਣੇ ਕੋਲ ਆਪਾਂ ਇਸ ਜੋ ਆਪਣੇ ਕੋਲ ਕੰਡਕਟਿੰਗ ਪਲੇਟ ਹੈਗੀ ਇਹਦੇ ਉੱਪਰ ਆਪਣੇ ਕੋਲ ਆਪਾਂ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਉਹਨੂੰ ਕੀ ਦੇਣਾ ਸ਼ੁਰੂ ਕਰਿਆ, ਦੈਨ ਡਿਊ ਟੂ ਇੰਡਕਸ਼ਨ ਆ ਜੋ ਆਪਣੀ ਪਲੇਟ B ਇਹਦੇ ਨੇੜੇ ਆਪਣੇ ਕੋਲ ਆਪਾਂ ਪਲੇਸ ਕਰੀਏ, ਇਹਦੇ ਉੱਪਰ ਕੀ ਹੋਇਆ, ਡਿਊ ਟੂ ਇੰਡਕਸ਼ਨ ਨੈਗੇਟਿਵ ਚਾਰਜ ਕੀ ਹੋ ਗਿਆ, ਅਲੱਗ ਹੋ ਗਿਆ, ਪੋਜ਼ਿਟਿਵ ਚਾਰਜ ਆਪਣਾ ਕੀ ਹੋ ਗਿਆ, ਅਲੱਗ ਹੋ ਗਿਆ। ਸੋ ਇਹਦੇ ਉੱਪਰ ਆਪਣੇ ਕੋਲ ਕੀ ਹੈ ਨੈਗੇਟਿਵ ਚਾਰਜ ਜਿਹੜਾ ਹੈਗਾ ਪੋਜ਼ਿਟਿਵ ਵਾਲੇ ਪਾਸੇ ਕੀ ਹੋ ਜਾਊਗਾ, ਡਿਸਪਲੇਸ ਹੋ ਜਾਊਗਾ। ਦੂਸਰੀ ਸਾਈਡ ਤੇ ਆਪਣੇ ਕੋਲ ਕੀ ਆ ਜਾਊਗਾ, ਪੋਜ਼ਿਟਿਵ ਚਾਰਜ ਜਿਹੜਾ ਹੈਗਾ ਉਹਨਾਂ ਕੀ ਹੋ ਜਾਊਗਾ ਆਪਣੇ ਕੋਲ ਸ਼ੁਰੂ ਹੋ ਜਾਊਗਾ। ਹੁਣ ਇਹਦੇ ਨਾਲ ਹੋਊਗਾ ਕਿ ਜੋ ਆਪਣੀ ਪਲੇਟ A ਹੈਗੀ ਹੈ ਇਸ ਨੈਗੇਟਿਵ ਚਾਰਜ ਕਰਕੇ ਉਹਦੀ ਪੋਟੈਂਸ਼ੀਅਲ ਕੀ ਹੋਣੀ ਸ਼ੁਰੂ ਹੋ ਜਾਊਗੀ, ਆਪਣੇ ਕੋਲ ਡਿਕਰੀਜ਼ ਹੋਣੀ ਸ਼ੁਰੂ ਹੋ ਜਾਊਗੀ। ਬਟ ਆ ਜੋ ਪੋਟੈਂਸ਼ੀਅਲ ਆਪਣੇ ਕੋਲ ਕੀ ਹੈ ਆ ਜੋ ਆਪਣੇ ਕੋਲ ਕੀ ਹੈ ਪੋਜ਼ਿਟਿਵ ਚਾਰਜ ਇੱਧਰ ਆਪਣੇ ਕੋਲ ਪ੍ਰੋਡਿਊਸ ਹੋਇਆ ਉਹਦੇ ਕਰਕੇ ਇਹਦੀ ਪੋਟੈਂਸ਼ੀਅਲ ਆਪਣੇ ਕੋਲ ਕੀ ਹੋਣੀ ਸ਼ੁਰੂ ਹੋਊਗੀ, ਇਨਕਰੀਜ਼ ਹੋਣੀ ਸ਼ੁਰੂ ਹੋਊਗੀ। ਬਟ ਕਿਉਂਕਿ ਜੋ ਆਪਣਾ ਨੈਗੇਟਿਵ ਚਾਰਜ ਹੈਗਾ ਉਹ ਪਲੇਟ A ਦੇ ਜ਼ਿਆਦਾ ਕਲੋਜ਼ ਹੈ
ਤਾਂ ਕਰਕੇ ਆਪਣੇ ਕੋਲ ਹੋਊਗਾ ਕਿ ਇਹਦੀ ਦੋਨਾਂ ਦੇ ਕਰਕੇ ਆਪਣੇ ਕੋਲ ਅਗਰ ਆਪਾਂ ਨੈਟ ਦੀ ਗੱਲ ਕਰੀਏ ਦੈਨ ਦੋਨਾਂ ਦੇ ਕਰਕੇ ਜੋ ਪੋਟੈਂਸ਼ੀਅਲ ਹੋਊਗੀ ਆਪਣੀ ਏ ਦੀ ਉਹ ਕੀ ਹੋਊਗੀ ਆਪਣੇ ਕੋਲ ਡ੍ਰੌਪ ਹੋਣੀ ਸ਼ੁਰੂ ਹੋ ਜਾਊਗੀ। ਅਗਰ ਪੋਟੈਂਸ਼ੀਅਲ ਏ ਦੀ ਡ੍ਰੌਪ ਹੋਣੀ ਸ਼ੁਰੂ ਹੋ ਗਈ ਇਸ ਨੈਗੇਟਿਵ ਚਾਰਜ ਦੇ ਕਰਕੇ, ਇਹਦਾ ਮਤਲਬ ਕੀ ਹੈਗਾ ਆਪਣੇ ਕੋਲ ਆਪਾਂ ਹੋਰ ਜ਼ਿਆਦਾ ਚਾਰਜ ਨੂੰ ਕੀ ਹੈ ਦੇ ਸਕਦੇ ਹਾਂ ਪਲੇਟ ਏ ਨੂੰ। ਇਹਦਾ ਮਤਲਬ ਕਪੈਸਿਟੀ ਜਿਹੜੀ ਹੈਗੀ ਆਪਣੀ ਪਲੇਟ ਏ ਦੀ ਕੀ ਹੋਊਗੀ ਇਨਕਰੀਜ਼ ਹੋਊਗੀ। ਕਲੀਅਰ ਹੋ ਗਈ ਚੀਜ਼। ਨਾ ਸਪੋਜ਼ ਅਗਰ ਮੈਂ ਕੀ ਕਰਦਾ ਪਲੇਟ ਬੀ ਦਾ ਕੀ ਕਰਦਾ ਪਲੇਟ ਬੀ ਨੂੰ ਆਪਣੇ ਕੋਲ ਆਪਾਂ ਕੀ ਕਰਤਾ ਅਰਥ ਕਰਤਾ। ਹੁਣ ਪਲੇਟ ਬੀ ਨੂੰ ਅਗਰ ਅਰਥ ਕਰ ਦੋਗੇ ਤਾਂ ਮਤਲਬ ਕੀ ਆਪਣੇ ਕੋਲ ਜੋ ਪੋਜ਼ਿਟਿਵ ਚਾਰਜ ਹੈਗਾ ਆਪਣਾ ਉਹ ਫ੍ਰੀ ਹੋ ਗਿਆ ਆਪਣੇ ਕੋਲ ਅਰਥ ਵੱਲ ਨੂੰ ਮੂਵ ਕਰਨ ਵਾਸਤੇ। ਹੁਣ ਹੋਊਗਾ ਕਿ ਅਗੇਨ ਇਹ ਨੂੰ ਆਪਣੇ ਕੋਲ ਆਪਾਂ ਮੈਕਸਿਮਮ ਪੋਟੈਂਸ਼ੀਅਲ ਦਾ ਕੀ ਕਰਿਆ ਪੋਜ਼ਿਟਿਵਲੀ ਚਾਰਜ ਕਰਿਆ ਡਿਊ ਟੂ ਇੰਡਕਸ਼ਨ ਕੀ ਹੋਣਾ ਸੀਗਾ ਆਪਣੇ ਕੋਲ ਇਹਦੇ ਉੱਪਰ ਨੈਗੇਟਿਵ ਚਾਰਜ ਲੱਗੇ ਹੋਏ ਨੇ, ਪੋਜ਼ਿਟਿਵ ਚਾਰਜ ਆਪਣੇ ਕੋਲ ਕੀ ਹੋਣਾ ਸੀ ਅਲੱਗ ਹੋਣਾ ਸੀ। ਹੁਣ ਪੋਜ਼ਿਟਿਵ ਚਾਰਜ ਕੀ ਹੋ ਗਿਆ ਆਪਣੇ ਕੋਲ ਕਿਉਂਕਿ ਆਪਾਂ ਅਰਥ ਕਰਤਾ ਤਾਂ ਉਹ ਫ੍ਰੀ ਹੈਗਾ ਆਪਣੇ ਕੋਲ ਅਰਥ ਦੇ ਵਿੱਚ ਮੂਵ ਕਰਨ ਵਾਸਤੇ। ਸੋ ਪੋਜ਼ਿਟਿਵ ਚਾਰਜ ਆਪਣਾ ਕੀ ਹੋ ਗਿਆ ਅਰਥ ਦੇ ਵਿੱਚ ਮੂਵ ਕਰ ਗਿਆ ਤਾਂ ਨੈਗੇਟਿਵ ਚਾਰਜ ਇਹਦੇ ਉੱਪਰ ਕੀ ਹੋ ਗਿਆ ਆਪਣੇ ਕੋਲ ਲੌਕ ਹੋ ਗਿਆ। ਹੁਣ ਇਹ 'ਚ ਸੀ ਕੀ ਆਪਣੇ ਕੋਲ ਧਿਆਨ ਨਾਲ ਦੇਖੋ ਜਿਹਦੇ ਵਿੱਚ ਆਪਣੇ ਕੋਲ ਪੋਜ਼ਿਟਿਵ ਚਾਰਜ ਸੀਗਾ ਉਹ ਇਹਦੀ ਪੋਟੈਂਸ਼ੀਅਲ ਨੂੰ ਇਨਕਰੀਜ਼ ਕਰ ਰਿਹਾ ਸੀ, ਨੈਗੇਟਿਵ ਚਾਰਜ ਇਹਦੀ ਪੋਟੈਂਸ਼ੀਅਲ ਨੂੰ ਡਿਕਰੀਜ਼ ਕਰ ਰਿਹਾ। ਅਗਰ ਪੋਟੈਂਸ਼ੀਅਲ ਡਿਕਰੀਜ਼ ਹੋਊਗੀ ਫਿਰ ਹੀ ਤੁਸੀਂ ਇਹਨੂੰ ਹੋਰ ਜ਼ਿਆਦਾ ਚਾਰਜ ਦਿਓਗੇ, ਕਪੈਸਿਟੀ ਫਿਰ ਹੀ ਇਨਕਰੀਜ਼ ਹੋਊਗੀ। ਹੁਣ ਇੱਥੇ ਕੀ ਹੈਗਾ ਆਪਣੇ ਕੋਲ ਕਿਉਂਕਿ ਪੋਜ਼ਿਟਿਵ ਚਾਰਜ ਦਾ ਸਾਰਾ ਅਰਥ ਦੇ ਵਿੱਚ ਮੂਵ ਕਰ ਰਿਹਾ ਸੋ ਸਿਰਫ ਤੇ ਸਿਰਫ ਇੱਥੇ ਨੈਗੇਟਿਵ ਚਾਰਜ ਹੈ ਸੋ ਸਿਰਫ ਤੇ ਸਿਰਫ ਇਹਦੀ ਪੋਟੈਂਸ਼ੀਅਲ ਕੀ ਹੋਊਗੀ ਡਿਕਰੀਜ਼ ਹੋਊਗੀ। ਅਗਰ ਇਹਦੀ ਪੋਟੈਂਸ਼ੀਅਲ ਆਪਣੇ ਕੋਲ ਡਿਕਰੀਜ਼ ਹੋ ਰਹੀ ਹੈ ਪਲੇਟ ਦੀ ਇਹਦਾ ਮਤਲਬ ਕੀ ਹੈ ਤੁਸੀਂ ਹੋਰ ਜ਼ਿਆਦਾ ਚਾਰਜ ਇਹਨੂੰ ਕੀ ਹੈ ਦੇ ਸਕਦੇ ਆ। ਅਗਰ ਹੋਰ ਜ਼ਿਆਦਾ ਚਾਰਜ ਦੋਗੇ ਦੈਨ ਆਪਣੇ ਕੋਲ ਅਲਟੀਮੇਟਲੀ ਹੋਇਆ ਕਿ ਇਹਦੀ ਕਪੈਸਿਟੀ ਕੀ ਹੋਗੀ ਆਪਣੇ ਕੋਲ ਇਨਕਰੀਜ਼ ਹੋਊਗੀ। ਸੋ ਇਹਦਾ ਆਪਣੇ ਕੋਲ ਕਪੈਸਿਟਰ ਕੀ ਕਰਦਾ ਵਰਕ ਕਰਦਾ। ਸੋ ਧਿਆਨ ਰੱਖਣ ਵਾਲੀ ਗੱਲ ਕੀ ਹੈਗੀ ਆਪਣੇ ਕੋਲ ਕਪੈਸਿਟੀ ਆਫ ਕਪੈਸਿਟਰ ਕੈਨ ਬੀ increased by placing a earthed conductor near। ਸੋ ਕਪੈਸਿਟੀ ਜੋ ਆਪਣੇ ਕੋਲ ਕੀ ਹੈ ਕਪੈਸਿਟਰ ਦੀ ਆਪਾਂ ਕੀ ਕਰ ਸਕਦੇ ਹਾਂ ਇਨਕਰੀਜ਼ ਕਰ ਸਕਦੇ ਹਾਂ। ਕਪੈਸਿਟੀ ਆਪਣੇ ਕੋਲ ਐਕਚੁਅਲੀ ਕੰਡਕਟਰ ਦੀ ਕਪੈਸਿਟੀ ਆਫ ਕਪੈਸਿਟਰ ਦੀ ਜਗ੍ਹਾ ਤੇ ਆਪਣੇ ਕੋਲ ਆਪਾਂ ਲਿਖਦੇ ਹਾਂ ਕੰਡਕਟਰ। ਸੋ ਕਪੈਸਿਟੀ ਆਫ ਕੰਡਕਟਰ ਕੈਨ ਬੀ ਇਨਕਰੀਜ਼ਡ ਬਾਈ ਪਲੇਸਿੰਗ ਏ ਅਰਥ ਕੰਡਕਟਰ ਨੀਅਰ ਇਟ। ਜਦੋਂ ਵੀ ਆਪਣੇ ਕੋਲ ਕੀ ਹੈ ਕਿਸੇ ਵੀ ਜਿਹੜਾ ਹੈਗਾ ਪਲੇਟ ਦੇ ਨੇੜੇ ਆਪਣੇ ਕੋਲ ਆਪਾਂ ਅਰਥ ਕੰਡਕਟਰ ਜਿਹੜਾ ਹੈਗਾ ਪਲੇਸ ਕਰਦੇ ਨੇ ਉਹਦੇ ਨਾਲ ਹੁੰਦਾ ਕਿ ਉਹਦੀ ਕਪੈਸਿਟੀ ਜਿਹੜੀ ਹੈਗੀ ਉਹ ਕੀ ਹੁੰਦੀ ਹੈ ਆਪਣੇ ਕੋਲ ਇਨਕਰੀਜ਼ ਹੋਏ। ਇਹ ਪੂਰੇ ਦੇ ਪੂਰੇ ਅਰੇਂਜਮੈਂਟ ਨੂੰ ਆਪਣੇ ਕੋਲ ਕੀ ਬੋਲਦੇ ਨੇ ਆਪਾਂ ਕਪੈਸਿਟਰ ਬੋਲਦੇ ਨੇ। ਹੁਣ ਕਪੈਸਿਟਰ ਆਪਣੇ ਕੋਲ ਕੀ ਹੁੰਦੇ ਆ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਕੀ ਹੁੰਦੇ ਆਪਣੇ ਕੋਲ ਸਿਲੰਡਰੀਕਲ ਕਪੈਸਿਟਰਸ ਆ ਜਾਂਦੇ, ਕਲੀਅਰ ਹੋ ਗਈ ਚੀਜ਼। ਇੱਕ ਆਪਣੇ ਕੋਲ ਕੀ ਹੁੰਦੇ ਆ ਸਫੈਰੀਕਲ ਕਪੈਸਿਟਰਸ ਹੁੰਦੇ ਆ। ਜੋ ਟਾਈਪ ਤੁਸੀਂ ਪੜ੍ਹੋਗੇ ਉਹ ਕੀ ਆਉਂਦੀ ਹੈ ਆਪਣੇ ਕੋਲ ਪੈਰਲਲ ਪਲੇਟ ਕਪੈਸਿਟਰਸ ਪੜ੍ਹੋਗੇ। ਇਹ ਜਿਹੜਾ ਕਪੈਸਿਟਰ ਆਪਣੇ ਕੋਲ ਆਪਾਂ ਦੇਖ ਰਹੇ ਹਾਂ ਇਹ ਹੈ ਕਿ ਆਪਣੇ ਕੋਲ ਪੈਰਲਲ ਪਲੇਟ ਕਪੈਸਿਟਰ ਹੀ ਹੈ। ਇਹਦੇ ਵਿੱਚ ਆਪਣੇ ਕੋਲ ਕਰਿਆ ਕੀ ਹੈ ਦੋ ਕੰਡਕਟਿੰਗ ਪਲੇਟਸ ਆਪਣੀਆਂ ਦੋਨੋਂ ਨੂੰ ਆਪਾਂ ਕੀ ਕਰਿਆ ਇੱਕ ਦੂਸਰੇ ਦੇ ਪੈਰਲਲ ਪਲੇਸ ਕਰਿਆ। ਇੱਕ ਨੂੰ ਆਪਣੇ ਕੋਲ ਆਪਾਂ ਪੋਜ਼ਿਟਿਵ ਪੋਟੈਂਸ਼ੀਅਲ ਦੇ ਰਹੇ ਹਾਂ ਦੂਸਰੇ ਨੂੰ ਆਪਣੇ ਕੋਲ ਆਪਾਂ ਅਰਥ ਕਰਿਆ। ਅਨਅਰਥ ਕਰਨ ਕਰਕੇ ਹੋਇਆ ਕਿ ਆਪਣੇ ਕੋਲ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਉਹ ਅਰਥ ਦੇ ਵਿੱਚ ਮੂਵ ਕਰ ਗਿਆ, ਨੈਗੇਟਿਵ ਚਾਰਜ ਇਹਦੇ ਵਿੱਚ ਲੌਕ ਹੋ ਗਿਆ। ਇਸ ਨੈਗੇਟਿਵ ਚਾਰਜ ਦੇ ਕਰਕੇ ਇਹਦੀ ਪੋਟੈਂਸ਼ੀਅਲ ਕੀ ਹੋ ਰਹੀ ਹੈ ਡਿਕਰੀਜ਼ ਹੋ ਰਹੀ ਹੈ। ਪੋਟੈਂਸ਼ੀਅਲ ਡਿਕਰੀਜ਼ ਹੋ ਰਹੀ ਹੈ ਤਾਂ ਇਹਨੂੰ ਹੋਰ ਜ਼ਿਆਦਾ ਚਾਰਜ ਆਪਣੇ ਕੋਲ ਆਪਾਂ ਦੇ ਸਕਦੇ ਹਾਂ ਜਿਹਦੇ ਕਰਕੇ ਇਹਦੀ ਕਪੈਸਿਟੀ ਅਲਟੀਮੇਟਲੀ ਕੀ ਹੋਗੀ ਇਨਕਰੀਜ਼ ਹੋਗੀ। ਹੁਣ ਕਪੈਸਿਟਰ ਨੂੰ ਜਦੋਂ ਵੀ ਆਪਣੇ ਕੋਲ ਆਪਾਂ ਜਿਹੜਾ ਹੈਗਾ ਇਲੈਕਟ੍ਰਿਕ ਸਰਕਿਟ ਦੇ ਵਿੱਚ ਜਿਹੜਾ ਸ਼ੋ ਕਰਨਾ ਹੁੰਦਾ ਦੈਨ ਆਪਣੇ ਕੋਲ ਇਹ ਸਿੰਬਲ ਦੇ ਨਾਲ ਇਹਨੂੰ ਕੀ ਕਰਦੇ ਆਪਾਂ ਸ਼ੋ ਕਰਦੇ। ਅਗਰ ਆਪਣੇ ਕੋਲ ਇਹ ਕੀ ਹੈਗਾ ਆਪਣੇ ਕੋਲ ਕਿਸੇ ਨਾ ਕਿਸੇ ਫਿਕਸ ਜਿਹੜਾ ਹੈਗਾ ਆਪਣੇ ਕੋਲ ਕਪੈਸਿਟੀ ਦਾ ਕਪੈਸਿਟਰ ਹੋਊਗਾ। ਅਗਰ ਇਹਦੀ ਕਪੈਸਿਟੀ ਆਪਣੇ ਕੋਲ ਚੇਂਜ ਹੁੰਦੀ ਹੈ ਜਿਹਨੂੰ ਆਪਣੇ ਕੋਲ ਵੇਰੀਏਬਲ ਕਪੈਸਿਟਰ ਬੋਲਦੇ ਨੇ ਉਹਨੂੰ ਆਪਣੇ ਕੋਲ ਕੀ ਹੈ ਸਿੰਬਲ ਨਾਲ ਆਪਾਂ ਕੀ ਕਰਦੇ ਹਾਂ ਡਿਨੋਟ ਕਰਦੇ। ਸੋ ਇਹ ਤਾਂ ਸੀਗਾ ਆਪਣੇ ਕੋਲ ਕਪੈਸਿਟਰ। ਹੁਣ ਆਪਣੇ ਕੋਲ ਕੀ ਹੈ ਇਹਦਾ ਇਲੈਕਟ੍ਰੀਕਲ ਸਰਕਿਟ ਦੇ ਵਿੱਚ ਆਪਣੇ ਕੋਲ ਮੰਨ ਲਓ ਬਾਈ ਚਾਂਸ ਤੁਹਾਡੇ ਕੋਲ ਕੀ ਹੈਗਾ ਬਹੁਤ ਜ਼ਿਆਦਾ ਕੰਪਲੈਕਸ ਜਿਹੜਾ ਹੈਗਾ ਇਲੈਕਟ੍ਰਿਕ ਸਰਕਿਟ ਜਿਹਦੇ ਵਿੱਚ ਨੰਬਰ ਆਫ ਕਪੈਸਿਟਰਸ ਜਿਹੜੇ ਹੈਗੇ ਆਪਾਂ ਕੀ ਕਰੇ ਹੋਏ ਕਨੈਕਟ ਕਰੇ ਹੋਏ ਸੀਰੀਜ਼ ਦੇ ਵਿੱਚ ਐਂਡ ਪੈਰਲਲ ਦੇ ਵਿੱਚ। ਉਹਨਾਂ ਸਾਰਿਆਂ ਨੂੰ ਹਟਾ ਕੇ ਆਪਣੇ ਕੋਲ ਕੀ ਕਰਨਾ ਹੁੰਦਾ ਸਮ ਟਾਈਮ ਆਪਾਂ ਇੱਕ ਇਕੁਇਲੈਂਟ ਕਪੈਸਿਟੈਂਸ ਕੀ ਕਰਨੀ ਹੁੰਦੀ ਹੈ ਯੂਜ਼ ਕਰਨੀ ਹੁੰਦੀ ਹੈ ਸੋ ਦੈਟ ਸਾਰਾ ਦਾ ਸਾਰਾ ਸਰਕਿਟ ਜਿਹੜਾ ਹੈਗਾ ਉਹ ਕੰਪਲੈਕਸ ਦੀ ਜਗ੍ਹਾ 'ਤੇ ਸਿੰਪਲ ਹੋ ਜਾਏ। ਸੋ ਨੈਕਸਟ ਆਪਣੇ ਕੋਲ ਆਪਣਾ ਉਹੀ ਟੌਪਿਕ ਆ ਜਾਂਦਾ। ਸੋ ਨੈਕਸਟ ਟੌਪਿਕ ਦੇ ਵਿੱਚ ਆਪਣੇ ਕੋਲ ਆਪਾਂ ਗੱਲ ਕਰਾਂਗੇ ਗਰੁੱਪਿੰਗ ਆਫ ਕਪੈਸਿਟਰ ਦੀ। ਸੋ ਗਰੁੱਪਿੰਗ ਆਫ ਕਪੈਸਿਟਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਪੈਸਿਟਰ ਇਨ ਸੀਰੀਜ਼ ਦੀ। ਸਪੋਜ਼ ਤੁਹਾਡੇ ਕੋਲ ਕੀ ਹੈਗੇ ਤਿੰਨ ਕਪੈਸਿਟਰ C1
C2 C3 ਆਪਣੇ ਕੋਲ ਕੀ ਹੈਗਾ ਤਿੰਨ ਕਪੈਸੀਟਰਸ ਆ ਤਿੰਨਾਂ ਨੂੰ ਆਪਣੇ ਕੋਲ ਆਪਾਂ ਕੀ ਕਰਿਆ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਕਨੈਕਟ ਕਰੇ ਸੀਰੀਜ਼ ਦੇ ਵਿੱਚ ਕਨੈਕਟ ਕਰੇ ਇਹਦਾ ਮਤਲਬ ਕੀ ਹੈਗਾ ਆਪਣੇ ਕੋਲ ਇੱਧਰ ਆਪਣੇ ਕੋਲ ਇਹਦੇ ਉੱਪਰ ਆਪਾਂ ਪੋਜ਼ਿਟਿਵ ਪੋਟੈਂਸ਼ੀਅਲ ਅਪਲਾਈ ਕਰੇ ਇੱਧਰਲਾ ਪਾਸਾ ਜੋ ਲੈਟ ਆਪਣੇ ਕੋਲ ਇਹਨੂੰ ਕੀ ਕਰਿਆ ਵਾ ਆਪਾਂ ਅਰਥ ਕਰਿਆ ਹੁਣ ਸੀਰੀਜ਼ ਦੇ ਵਿੱਚ ਜਦੋਂ ਕਨੈਕਟ ਕਰਦੇ ਆਪਾਂ ਨੂੰ ਪਤਾ ਇਹਦੇ ਪੈਰਲਲ ਦੇ ਵਿੱਚ ਆਪਾਂ ਕੀ ਕਰਦੇ ਹਾਂ ਵੋਲਟ ਮੀਟਰ ਕਨੈਕਟ ਕਰ ਸਕਦੇ ਹਾਂ ਸੋ ਸਪੋਜ਼ ਇੱਥੇ ਪੋਟੈਂਸ਼ੀਅਲ ਆਪਣੀ ਕੀ ਹੈਗੀ V1 ਇੱਥੇ ਪੋਟੈਂਸ਼ੀਅਲ ਜੋ ਕਪੈਸਿਟਰ ਸੈਕਿੰਡ ਹੈਗਾ ਉਹਦੀ ਪੋਟੈਂਸ਼ੀਅਲ ਕੀ ਹੈਗੀ ਆਪਣੇ ਕੋਲ V2 ਜੋ ਥਰਡ ਜਿਹੜਾ ਹੈਗਾ ਉਹਦੀ ਪੋਟੈਂਸ਼ੀਅਲ ਕੀ ਹੈਗੀ ਆਪਣੇ ਕੋਲ V3 ਹੈ ਸਪੋਜ਼ ਨਾਓ ਆਪਣੇ ਕੋਲ ਆਪਾਂ ਪੜ੍ਹ ਰੱਖਿਆ ਵੀ ਨੋ ਕਪੈਸਿਟੀ C ਕੀ ਆਪਣੇ ਕੋਲ ਚਾਰਜ ਟੂ ਪੋਟੈਂਸ਼ੀਅਲ ਦੀ ਕੀ ਸੀਗੀ ਆਪਣੇ ਕੋਲ ਰੇਸ਼ੀਓ ਸੀਗੀ ਹੁਣ ਅਗਰ ਮੈਂ ਇਹਦੇ ਵਿੱਚ ਗੱਲ ਕਰਾਂ ਇਹਦੀ ਪੋਟੈਂਸ਼ੀਅਲ ਕਪੈਸਿਟਰ 1 ਦੀ ਕਿੰਨੀ ਹੈਗੀ ਆਪਣੇ ਕੋਲ V1 ਕਪੈਸਿਟਰ 2 ਦੀ ਪੋਟੈਂਸ਼ੀਅਲ ਕੀ ਹੈਗੀ ਆਪਣੇ ਕੋਲ V2 ਕਪੈਸਿਟਰ 3 ਦੀ ਪੋਟੈਂਸ਼ੀਅਲ ਕੀ ਹੈਗੀ ਆਪਣੇ ਕੋਲ V3 ਨੈਟ ਪੋਟੈਂਸ਼ੀਅਲ मतलब टोटल पोटेंशियल V सपोज किहदे कोल होएगी अपने कोल V1 प्लस V2 प्लस की होएगी अपने कोल V3 सो अगर मैं की ਇਹਦੀ स्पैसीफिकली पोटेंशियल 1 ਦੀ ਗੱਲ ਕਰਾਂ सो V1 इज इक्वल टू ਕੀ ਹੈਗਾ ਆਪਣੇ ਕੋਲ ਕਪੈਸਿਟੈਂਸ ਕਿੰਨੀ ਹੈਗੀ ਇਹਦੀ C1 ਐਂਡ ਚਾਰਜ ਦੇਖੋ ਕਿਉਂਕਿ ਸੀਰੀਜ਼ ਦੇ ਵਿੱਚ ਹੈ ਤਾਂ ਸੇਮ ਚਾਰਜ ਆਪਣੇ ਕੋਲ ਕਿਉਂ ਕੀ ਕਰੂਗਾ ਸਾਰਿਆਂ ਦੇ ਵਿੱਚੋਂ ਫਲੋ ਕਰੂਗਾ ਸਪੋਜ਼ ਸੋ V1 ਇਜ਼ ਇਕੁਅਲ ਟੂ ਕੀ ਆ ਜਾਊਗਾ ਦੇਖੋ V ਆਪਣੇ ਕੋਲ ਇੱਧਰ ਲੈ ਜਾਓ C ਆਪਣੇ ਕੋਲ ਨੀਚੇ ਆ ਜਾਏਗੀ ਸੋ ਕੀ ਆ ਜਾਏਗਾ ਚਾਰਜ ਕਿੰਨਾ ਹੈਗਾ ਕਿਉਂ ਅਪੋਨ ਕੀ ਆ ਗਿਆ ਆਪਣੇ ਕੋਲ C1 सिमिलरली V2 इज इक्वल टू किया जाएगा चार्ज क्यू अपॉन C2 एंड V3 इज इक्वल टू किया जाएगा क्यू अपॉन किया जाएगा अपने को C3 सो सारियां दी सारियां वैल्यूज ਨੂੰ ਆਪਣੇ ਕੋਲ ਇੱਥੇ ਕੀ ਕਰ ਦਿੰਦੇ ਆਪਾਂ ਪੁੱਟ ਕਰ ਦਿੰਦੇ ਸੋ ਨੈਟ ਪੋਟੈਂਸ਼ੀਅਲ ਕਿਹਦੇ ਕੋਲ ਆ ਗਿਆ ਆਪਣੇ ਕੋਲ Q अपॉन C इक्विवेलेंट सपोज इज इक्वल टू किया गया Q अपॉन C1 प्लस Q अपॉन C2 प्लस Q अपॉन किया गया अपने ਕੋਲ C3 Q ਇਹ ਸਾਰਿਆਂ ਦੇ ਵਿੱਚੋਂ ਕੀ ਨਿਕਲ ਰਹੀ ਹੈ ਆਪਣੀ ਕਾਮਨ ਨਿਕਲ ਰਹੀ ਹੈ ਸੋ Q अपॉन C इक्विवेलेंट इज इक्वल टू किया गया को इधरों की कर लिया अपने को कॉमन सो 1 अपॉन C1 प्लस 1 अपॉन C2 प्लस 1 अपॉन की रह गया अपना C3 क्यों नाल क्यों कट गई सो 1 अपॉन इक्विवेलेंट कैपेसिटेंस 1 अपॉन C1 प्लस 1 अपॉन C2 प्लस 1 अपॉन की रह गई अपनी C3 रह गई सो ਜਦੋਂ ਵੀ ਆਪਣੇ ਕੋਲ ਸੀਰੀਜ਼ ਦੇ ਵਿੱਚ ਕਨੈਕਟ ਆਪਣੇ ਕਪੈਸਿਟਰਸ ਨੂੰ ਕੀ ਕਰਦੇ ਆਪਾਂ ਕਨੈਕਟ ਕਰਦੇ ਹਾਂ ਦੈਨ ਆਪਣੇ ਕੋਲ ਕੀ ਕਰ ਸਕਦੇ ਹਾਂ ਉਹਨਾਂ ਦਾ ਰੈਸੀਪ੍ਰੋਕਲ ਲੈ ਕੇ ਐਡ ਕਰਕੇ ਆਪਣੇ ਕੋਲ ਇਕੁਇਵਲੈਂਟ ਕਪੈਸਿਟੈਂਸ ਉਹਨਾਂ ਦੀ ਕੀ ਕਰ ਸਕਦੇ ਹਾਂ ਆਪਾਂ ਕੈਲਕੂਲੇਟ ਕਰ ਸਕਦੇ ਸੋ ਨੈਕਸਟ ਟੌਪਿਕ ਆਪਣਾ ਆ ਜਾਂਦਾ ਕਪੈਸਿਟਰ ਇਨ ਪੈਰਲਲ ਹੁਣ ਸਪੋਜ਼ ਆਪਣੇ ਕੋਲ ਕੀ ਹੈਗੇ ਆ ਦੁਬਾਰਾ ਤਿੰਨ ਕਪੈਸਿਟਰ ਹੈ ਅਗੇਨ ਹੋਈ C1 C2 C3 ਹੁਣ ਇਹਨਾਂ ਨੂੰ ਆਪਾਂ ਕੀ ਕਰਿਆ ਪੈਰਲਲ ਦੇ ਵਿੱਚ ਕੀ ਕਰਿਆ ਆਪਸ ਦੇ ਵਿੱਚ ਕਨੈਕਟ ਕਰਿਆ ਸਪੋਜ਼ ਸੋ ਪੈਰਲਲ ਦੇ ਵਿੱਚ ਕਰੀਦਾ ਕੀ ਹੈ ਆਪਣੇ ਕੋਲ ਸੀਰੀਜ਼ ਦੇ ਵਿੱਚ ਕੀ ਹੁੰਦਾ ਐਂਡ ਟੂ ਐਂਡ ਕਨੈਕਸ਼ਨ ਐਂਡ ਪੈਰਲਲ ਦੇ ਵਿੱਚ ਕੀ ਹੁੰਦਾ ਸਾਰਿਆਂ ਦੇ ਆਪਣੇ ਕੋਲ ਕੀ ਹੈ ਇੱਕ ਇਹਨੂੰ ਆਪਾਂ ਆਪਸ ਦੇ ਵਿੱਚ ਕਨੈਕਟ ਕਰ ਦਿੰਦੇ ਹਾਂ ਦੂਸਰੇ ਨੂੰ ਆਪਣੇ ਕੋਲ ਕੀ ਹੈ ਆਪਸ ਦੇ ਵਿੱਚ ਕੀ ਕਰ ਦਿੰਦੇ ਆਪਾਂ ਕਨੈਕਟ ਕਰ ਦਿੰਦੇ ਸਪੋਜ਼ ਇੱਧਰ ਆਪਣੇ ਕੋਲ ਕੀ ਹੈ ਹੋਈ ਪੋਜ਼ਿਟਿਵ ਪੋਟੈਂਸ਼ੀਅਲ ਇੱਧਰ ਆਪਣੇ ਕੋਲ ਆਪਾਂ ਕੀ ਕਰਤਾ ਇਹਨੂੰ ਅਰਥ ਕਰਤਾ ਨਾਓ ਸਪੋਜ਼ ਇੱਧਰੋਂ ਆਪਣੇ ਕੋਲ ਕਿਉਂ ਚਾਰਜ ਜਿਹੜਾ ਹੈਗਾ ਆਪਾਂ ਕੀ ਕਰਿਆ ਸੀਗਾ ਪਾਸ ਕਰਿਆ ਸੋ ਇੱਥੇ ਜਾ ਕੇ ਆਪਣੇ ਕੋਲ ਇਸ ਜੰਕਸ਼ਨ ਦੇ ਉੱਪਰ ਜਾ ਕੇ ਚਾਰਜ ਕੀ ਹੋ ਜਾਊਗਾ ਆਪਣੇ ਕੋਲ ਸਪਲਿਟ ਹੋ ਜਾਊਗਾ ਸਪੋਜ਼ ਇੱਧਰ ਆਪਣੇ ਕੋਲ ਚਾਰਜ ਕਿੰਨਾ ਫਲੋ ਕਰ ਰਿਹਾ Q1 ਫਲੋ ਕਰ ਰਿਹਾ ਇੱਧਰ ਆਪਣੇ ਕੋਲ Q2 ਚਾਰਜ ਫਲੋ ਕਰ ਰਿਹਾ ਇੱਧਰ ਆਪਣੇ ਕੋਲ Q3 ਚਾਰਜ ਕੀ ਕਰ ਗਿਆ ਫਲੋ ਕਰ ਗਿਆ ਹੁਣ ਇੱਥੇ ਆਪਣੇ ਕੋਲ ਚਾਰਜ ਜਿਹੜਾ ਹੈਗਾ ਫਲੋ ਕਰਕੇ ਦੁਬਾਰਾ ਕੀ ਹੋਊਗਾ ਐਡ ਹੋ ਜਾਊਗਾ ਸੋ ਚਾਰਜ ਆਪਣੇ ਕੋਲ ਕੀ ਹੈਗਾ Q1 ਪਲਸ Q2 ਪਲਸ Q3 ਸਾਰਾ ਐਡ ਹੋ ਕੇ ਆਪਣੇ ਕੋਲ ਦੁਬਾਰਾ ਕੀ ਆ ਜਾਊਗਾ ਚਾਰਜ Q ਜਿਹੜਾ ਹੈਗਾ ਮੂਵ ਕਰ ਹੁਣ ਦੇਖੋ ਕਿਉਂਕਿ ਆਪਣੇ ਕੋਲ ਕੀ ਹੈਗਾ ਕਪੈਸਿਟਰ ਤਿੰਨੋਂ ਦੇ ਤਿੰਨੋਂ ਕੀ ਹੈਗੇ ਆਪਣੇ ਪੈਰਲਲ ਦੇ ਵਿੱਚ ਸੋ ਸਾਰਿਆਂ ਦੀ ਪੋਟੈਂਸ਼ੀਅਲ ਕੀ ਹੋਊਗੀ ਆਪਣੇ ਕੋਲ ਸੇਮ ਹੋਊਗੀ ਨਾਓ ਵੀ ਨੋ ਟੋਟਲ ਚਾਰਜ Q ਕਿਹਦੇ ਕੋਲ ਹੈਗਾ ਆਪਣਾ Q1 ਪਲਸ Q2 ਪਲਸ ਕੀ ਹੈਗਾ ਆਪਣਾ Q3 now we know देखो कैपेसिटेंस किहदे कोल सीगी चार्ज पर पोटेंशियल दी की सीगी अपने कोल रेशियो सी ਇਹ 'ਚੋਂ अगर मैं की Q ਦੀ वैल्यू करनी होवे Q इज इक्वल टू क्या आ जाएगा CV सो HV इक्विवेलेंट कैपेसिटेंस इनटू पोटेंशियल किहदे कोल आ गया देखो पोटेंशियल ਦਾ ਆਪਣੇ ਕੋਲ ਕੀ ਹੈ ਸਾਰਿਆਂ ਦੀ V ਹੈ ਸੇਮ ਹੀ ਰਹੂਗੀ ਸੋ ਪਹਿਲੇ ਦੀ ਆਪਣੇ ਕੋਲ ਕਪੈਸਿਟੈਂਸ ਕਿੰਨੀ ਹੈਗੀ C1 ਇੰਟੂ V प्लस C2 इंटू V प्लस C3 इंटू किया गया अपने को V ਹੁਣ ਸਾਰਿਆਂ ਦੇ ਵਿੱਚੋਂ ਪੋਟੈਂਸ਼ੀਅਲ ਕੀ ਨਿਕਲ ਰਹੀ ਹੈ ਕਾਮਨ ਸੋ C ਇਕੁਇਵਲੈਂਟ ਇੰਟੂ ਪੋਟੈਂਸ਼ੀਅਲ ਇਜ਼ ਇਕੁਅਲ ਟੂ ਕੀ ਹੈਗਾ V ਕਾਮਨ ਕਰ ਲਈ C1 ਪਲਸ C2 ਪਲਸ C3 ਕਪੈਸਿਟੈਂਸ ਆਪਣੇ ਕੋਲ ਕੀ ਐਡ ਹੋ ਗਈ
पोटेंशियल अपने कोल कट गई। सो इक्वलेंट कैपेसिटेंस अपने कोल किहदे कोल आ गई C1 प्लस C2 प्लस की आ गया अपने कोल C3। ਇਹਦਾ मतलब ਕੀ ਹੈਗਾ ਆਪਣੇ ਕੋਲ ਅਗਰ ਨੰਬਰ ਆਫ ਕਪੈਸਿਟਰਸ ਆਪਣੇ ਕੋਲ ਆਪਾਂ ਪੈਰਲਲ ਦੇ ਵਿੱਚ ਕੀ ਕਰੇ ਹੋਏ ਕਨੈਕਟ ਕਰੇ ਹੋਏ ਸਾਰਿਆਂ ਨੂੰ ਹਟਾ ਕੇ ਇੱਕ ਕਪੈਸਿਟਰ ਆਪਣੇ ਕੋਲ ਆਪਾਂ ਯੂਜ਼ ਕਰ ਰਹੇ ਹਾਂ ਦੈਨ ਡਾਇਰੈਕਟ ਉਹਨਾਂ ਦੀ ਕਪੈਸਿਟੈਂਸ ਨੂੰ ਕੀ ਕਰ ਸਕਦੇ ਆਪਾਂ ਐਡ ਕਰ ਸਕਦੇ। ਕਲੀਅਰ ਹੋ ਗਈ ਜੀ। ਸੋ ਅੱਜ ਦੇ ਲੈਕਚਰ ਲਈ ਆਪਣੇ ਕੋਲ ਇੰਨਾ ਹੀ। ਥੈਂਕ ਯੂ।